ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਐਸਾ ਬੀਜ ਬੋਏ, ਬਾਰਹ ਮਾਸ ਫਲੰਤ। ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਬੇਸ਼ੁਮਾਰ ਯਥਾਹ ਗਣਤ ਯਤੁਲੈ, ਜਿਉ ਬੋਲਾਵੋ ਤਿਉ ਨਾਨਕ ਦਾਸ ਬੋਲੇ। ਤੁਧਿ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਖਸ਼ਿਸ਼ ਭਰੇ ਚਰਨਾਂ ਵਿੱਚ ਵਿਰਾਜਮਾਨ ਅਤੇ ਕੱਤਕ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿੱਚ ਸਤ ਸੰਗਤੀ ਰੂਪ ਵਿੱਚ ਇਕੱਤਰ ਹੋਏ ਸਤ ਸੰਗੀ ਜਨੋ, ਦਾਸਰੇ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੱਖ ਤੌਰ ਤੇ ਅੱਜ ਤੁਹਾਡੇ ਚਰਨਾਂ 'ਚ ਜਿਹੜੀ ਬੇਨਤੀ ਕਰਨੀ ਹੈ, ਇਹਦਾ ਵਿਸ਼ੇ ਤੇ ਆਈਏ। ਸਮਾਂ ਆਪਣੀ ਚਾਲ ਚੱਲਦਾ। 12 ਮਾਹ ਸੰਗਰਾਂਦ ਦਾ ਵਿਸ਼ਾ। ਇਹ ਗੁਰਮੁਖੋ ਵਿਛੋੜੇ ਦੀ ਬਾਣੀ ਹੈ, ਬਿਰਹਾ ਦੀ ਬਾਣੀ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਰਚਨਾ ਹੈ ਨਾ, ਅਲਾਹਣੀ ਆ, ਉਹਦੇ 'ਚ ਪਾਤਸ਼ਾਹ ਜੀ ਨੇ ਦੱਸਿਆ ਕਿ ਪਰਮਾਤਮਾ ਨੂੰ ਸੋਗ ਦੇ ਸਮੇਂ ਕਿਵੇਂ ਪੁਕਾਰਨਾ ਹੈ, ਤਾਂ ਕਿ ਤੈਨੂੰ ਸੋਗ ਦੇ ਸਮੇਂ ਵੀ ਸਹਿਜ ਰੱਖਣ ਦਾ ਬਲ ਆ ਜੀ, ਤਰੀਕਾ। ਫਿਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਘੋੜੀਆਂ, ਖੁਸ਼ੀ ਦੇ ਗੀਤ। ਅਤ ਖੁਸ਼ੀ ਵੇਲੇ ਕਈ ਵਾਰੀ ਬੰਦਾ ਹੋਸ਼ਾਪਣ ਦਿਖਾਉਣ ਲੱਗ ਪੈਂਦਾ, ਤੇ ਪਾਤਸ਼ਾਹ ਜੀ ਨੇ ਸਮਝਾਇਆ, ਕੜਿਆਲ ਮੁਖੀ ਗੁਰ ਗਿਆਨ ਦ੍ਰਿੜਾਇਆ ਰਾਮ। ਗੁਰੂ ਰਾਮਦਾਸ ਸਾਹਿਬ ਜੀ ਨੇ ਖੁਸ਼ੀ ਤੇ ਕਾਬੂ ਰੱਖਣ ਦੀ ਜਾਚ ਦੱਸੀ ਸਨ ਘੋੜੀਆਂ ਬਾਣੀ 'ਚ। ਉਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ 12 ਮਾਹ ਮਾਝ ਵਿੱਚ ਵਿਛੋੜੇ ਦੀ ਗੱਲ ਕੀਤੀ, ਤੇ ਪਰਮਾਤਮਾ ਤੋਂ ਪਏ ਹੋਏ ਵਿਛੋੜੇ ਨੂੰ ਹੋਰ ਨਾ ਵਧਾ ਕੇ ਉਹਨੂੰ ਮੇਟਣ ਦਾ ਵੱਲ ਦੱਸਿਆ ਕਿ ਕਿਵੇਂ ਸਾਡਾ ਪਰਮਾਤਮਾ ਨਾਲੋਂ ਵਿਛੋੜਾ ਮਿਟੇ। ਭਾਈ ਵੀਰ ਸਿੰਘ ਜੀ ਨੇ ਵੀ ਇੱਕ 12 ਮਾਹ ਲਿਖਿਆ ਆਪਣੀ ਰਚਨਾ 'ਚ। ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਚਰਿੱਤਰ ਦਰਸਾਇਆ, ਪਰ ਯੁੱਧ ਦੇ ਢੰਗ ਨਾਲ, ਯੁੱਧ ਚਰਿੱਤਰ। ਕੱਤਕ ਦਾ ਜਿਹੜਾ ਮਹੀਨਾ ਹੁੰਦਾ ਹੈ ਗੁਰਮੁਖੋ, ਇਹਦੇ 'ਚ ਮੌਸਮ ਸਾਫ਼ ਹੋ ਜਾਂਦਾ ਹੈ। ਕੁਦਰਤੀ ਜਿਹੜਾ ਇੱਥੋਂ ਦਾ ਮੌਸਮ ਹੈ ਲਗਭਗ ਆਪਣੇ ਹਿੰਦੁਸਤਾਨ ਨਾਲ ਮਿਲਦਾ। ਧੂੜ ਬੈਠ ਜਾਂਦੀ ਹੈ,
ਤੇ ਚਾਨਣ ਦੀ ਛੱਬ ਸ਼ੁਰੂ ਹੋ ਜਾਂਦੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਚੰਡੀ ਦਾ ਜ਼ਿਕਰ ਕਰਿਆ ਭਾਈ ਵੀਰ ਸਿੰਘ ਨੇ ਕਿ ਸੱਚੇ ਪਾਤਸ਼ਾਹ ਜੀ ਦੀ ਜਦੋਂ ਤਲਵਾਰ ਖੜਕਦੀ ਹੈ ਨਾ, ਚੰਡੀ ਖੜਕਦੀ ਹੈ, ਦੇਖੋ ਕੈਸਾ ਅਲੰਕਾਰ ਬੰਨਿਆ, ਕਹਿੰਦੇ ਉਹ ਵੀ ਨਵਾਂ ਹੀ ਚਾਨਣ ਖਲੇਰ ਦਿੰਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾਨ ਚੋਂ ਵੀ ਨੂਰ ਮਿਲਦਾ। ਬੰਨਗੀ ਵਜੋਂ ਦੋ ਪੰਕਤੀਆਂ ਅਰਜ ਕਰਾਂ, ਕਹਿੰਦੇ ਚੜ੍ਹੇ ਗੋਬਿੰਦ ਸਿੰਘ ਚੰਡੀ ਖੜਕੀ, ਮਿਆਨੋ ਨਮਸਕਾਰ ਕਰ ਧੜਕੀ। ਮਿਆਨ ਚੋਂ ਜਦੋਂ ਨਿਕਲਦੀ ਹੈ, ਨਮਸਕਾਰ ਕਰਦੀ ਹੈ ਗੁਰੂ ਸਾਹਿਬ ਨੂੰ ਤੇ ਕਿਰਪਾ ਬਣਦੀ ਹੈ। 3 12 ਮਾਹ ਨੇ ਗੁਰਮੁਖ ਪਿਆਰਿਓ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ, ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦਾ, ਜਿਹਦੀ ਪੌੜੀ ਤੇ ਆਪਾਂ ਵਿਚਾਰ ਕਰਨੀ ਹੈ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਸਮ ਵਿੱਚ। ਹੁਣ ਧਿਆਨ ਦਿਓ, ਇਹ ਜ਼ਰੂਰੀ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕਰਨੀ ਹੈ ਕਿ ਦਿਨਾਂ ਦੀ ਜਾਂ ਮਹੀਨਿਆਂ ਦੀ ਪੂਜਾ ਨਾਲ ਸੰਬੰਧ ਨਹੀਂ ਹੈ ਇਸ ਬਾਣੀ ਦਾ। ਜੇ ਤੁਖਾਰੀ ਛੰਤ ਨੂੰ ਦੇਖੀਏ ਤਾਂ ਸ਼ੁਰੂਆਤ ਕਿੱਥੋਂ ਕੀਤੀ ਹੈ ਮਹਾਰਾਜ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਾਮਾ ਦੇਹੇ ਸੋ ਤੂੰ ਭਲਾ। ਹੇ ਵਾਹਿਗੁਰੂ ਜੀ, ਮੇਰੀ ਬੇਨਤੀ ਸੁਣ। ਬੰਦੇ ਨੂੰ ਉਹਦੇ ਕੀਤੇ ਹੋਏ ਕਰਮਾਂ ਦੇ ਹੀ ਸੁੱਖ ਤੇ ਦੁੱਖ ਮਿਲਦੇ ਐ। ਸਹਮ ਕਹੀਏ ਦੁੱਖ, ਤੇ ਜਿਹੜਾ ਕੁਝ ਤੂੰ ਦਿੰਨਾ ਹੈ ਕਹਿੰਦੇ ਭਲਾ ਹੀ ਆ, ਕਿੰਤੂ ਨਹੀਂ ਹੈ ਤੇਰੇ ਦਿੱਤੇ ਹੋਏ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਵੀ ਸ਼ੁਰੂਆਤ ਮਹੀਨੇ ਤੋਂ ਨਹੀਂ ਕਰਦੇ। ਸੁਣੀ ਹੈ ਤੁਸੀਂ ਹੁਣ ਬਾਣੀ, ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। 4 ਕੁੰਟ ਦੇ ਦਿਸ ਭਰਮੇ ਥਕ ਆਈ ਪ੍ਰਭ ਕੀ ਸ਼ਾਮ। ਸ਼ਾਮ ਕਹਿੰਦੇ ਸ਼ਰਨ ਨੂੰ। ਬੜੀ ਧਿਆਨ ਦੇਣ ਵਾਲੀ ਪੰਕਤੀ ਹੈ। ਕਹਿੰਦੇ ਵਾਹਿਗੁਰੂ ਜੀ ਅਸੀਂ ਤੇਰੇ ਤੋਂ ਵਿਛੜੇ ਹੋਏ ਹਾਂ, ਜਗਿਆਸੂ ਦੀ ਪੁਕਾਰ। ਪਰ ਕਹਿੰਦੇ ਇਹਦੇ 'ਚ ਤੇਰਾ ਕੋਈ ਦੋਸ਼ ਨਹੀਂ। ਅਸੀਂ ਕਿਰਤ ਐਸੀ ਕੀਤੀ, ਅਸੀਂ ਕਰਮ ਐਸੇ ਕੀਤੇ ਕਿ ਤੇਰੇ ਤੋਂ ਦੂਰ ਹੋ ਗਏ। ਰੋਜ਼ ਪੜ੍ਹਦੇ ਹੋ ਤੁਸੀਂ, ਕਰਮੀ ਕਰਮੀ ਹੋਏ ਵਿਚਾਰ, ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ। ਹੁਣ ਤੇਰੇ ਅੱਗੇ ਇਹ ਤਰਲਾ ਬੇਨਤੀ ਹੈ ਕਿ 4 ਕੁੰਟਾਂ 'ਚ 10 ਦਿਸ਼ਾਵਾਂ 'ਚ ਭਟਕ ਕੇ ਥੱਕ ਹਾਰ ਗਏ, ਹੁਣ ਤੇਰੀ ਸ਼ਰਨ 'ਚ ਆਏ ਤੇ ਤੂੰ ਮਿਲਾਪ ਬਖਸ਼। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਜਿਹੜਾ ਦਸਮ ਵਿੱਚ 12 ਮਾਹ ਜਿੱਥੇ ਕ੍ਰਿਸ਼ਨ ਅਵਤਾਰ ਦੀ ਕਥਾ ਹੈ ਨਾ, ਉੱਥੇ ਦਰਜ ਕੀਤਾ। ਜਿਵੇਂ ਬਚਿੱਤਰ ਨਾਟਕ ਹੈ, ਉਵੇਂ ਇਹ ਬਿਰਹਾ ਨਾਟਕ ਹੈ। ਬੈਰਾਗ ਤੋਂ ਅਨੁਰਾਗ ਤੱਕ ਦੀ ਗਾਥਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਕਰੀ। ਜੀਵ ਆਤਮਾ ਦੇ ਰੂਪ 'ਚ, ਜਿਗਿਆਸੂ ਦੇ ਰੂਪ 'ਚ ਰਾਧਾ ਨੂੰ ਦਿਖਾਇਆ, ਤੇ ਸਰਗੁਣ ਸਰੂਪ 'ਚ ਦੁਆਪਰ ਦੇ ਅਵਤਾਰ ਕ੍ਰਿਸ਼ਨ ਮਹਾਰਾਜ ਨੂੰ ਦਿਖਾਇਆ। ਤਬਦੀਲੀਆਂ ਬੜੀਆਂ ਆਉਂਦੀਆਂ ਗੁਰਮੁਖੋ 12 ਮਹੀਨਿਆਂ 'ਚ ਸਾਡੇ ਜੀਵਨ 'ਚ, ਤੇ ਸਾਰੀ ਦੀ ਸਾਰੀ ਬਾਣੀ ਪੁਕਾਰ ਹੀ ਹੈ ਕਿ ਕਿਵੇਂ ਤੇਰੇ ਨਾਲ ਸਾਂਝ ਬਣੇ। ਹੁਣ ਪ੍ਰਮਾਣ ਵਜੋਂ ਤੁਹਾਡੇ ਚਰਨਾਂ 'ਚ ਅਰਜ ਕਰਾਂ, ਬੇਦਸ ਮਾਹ ਰੁਤੀ ਥਿਤੀ ਬਾਰ ਭਲੇ। ਬੇ ਕਹੀਏ 2, 10 ਕਹੀਏ 10, 12, 10 ਤੇ 2 12, 12 ਮਹੀਨੇ ਰੁੱਤ ਥੀਤੀ ਦਿਨ ਕਹਿੰਦੇ ਸਾਰੇ ਹੀ ਭਲੇ।
ਤੁਖਾਰੀ ਚ ਕਹਿੰਦੇ ਆ ਗੁਰੂ ਨਾਨਕ ਸਾਹਿਬ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਘੜੀ ਵੀ ਚੰਗੀ ਹੈ, ਮੂਰਤ ਵੀ ਚੰਗਾ ਹੈ, ਜੇ ਸੁਤੇ ਹੀ ਪ੍ਰਮਾਤਮਾ ਨਾਲ ਮੇਲ ਹੋ ਜੇ, ਆਤਮਿਕ ਅਡੋਲਤਾ ਵਿੱਚ ਆ ਜਾਈਏ। ਇਸ ਬਾਣੀ 'ਚ ਵੀ ਤੁਸੀਂ ਸੁਣਿਆ, ਜਦੋਂ ਅਖੀਰ ਵਾਲੀ 14ਵੀਂ ਪੌੜੀ ਆਉਂਦੀ ਹੈ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਕੋਈ ਮਹੀਨਾ ਹੋਵੇ, ਕੋਈ ਦਿਨ ਹੋਵੇ, ਕੋਈ ਮਹੂਰਤ ਹੋਵੇ, ਚੰਗਾ ਹੀ ਹੈ। ਇਹਨਾਂ ਵਾਸਤੇ ਜਿਨ੍ਹਾਂ ਤੇ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਹੋ ਜਾਂਦੀ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਬਸ ਤੇਰਾ ਦਾਸ ਨਾਨਕ ਪੁਕਾਰ ਕਰਦਾ ਤੇ ਤੇਰੇ ਤੋਂ ਇਹ ਮੰਗ ਕਰਦਾ, ਹੀ ਸਭ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਜੀ, ਮੇਰੇ ਤੇ ਵੀ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਿਛੋੜੇ ਨੂੰ ਪ੍ਰੇਮ 'ਚ ਬਦਲਣ ਦੀ ਪੁਕਾਰ ਦੱਸੀ, ਤੇ ਦਿਨਾਂ ਦੀ ਪੂਜਾ ਕਰਨ ਵਾਲੇ ਨਹੀਂ ਬਣਾਇਆ ਸਾਨੂੰ, ਗੁਸਤਾਖੀ ਮਾਫ। ਜਿਹੜਾ ਖਾਲਸਾ ਹੈ, ਜਿਹੜਾ ਗੁਰੂ ਕਾ ਸਿੱਖ ਹੈ, ਉਹ ਨੇਤੀ ਜੁੜ ਕੇ ਰਹਿੰਦਾ ਗੁਰੂ ਨਾਲ, ਨਿਮਿਤ ਨਹੀਂ। ਇਹ ਨਹੀਂ ਕਿ ਇਕੱਲੇ ਸੰਗਰਾਂਦ ਵਾਲੇ ਦਿਨ ਜਾਂ ਮੱਸਿਆ ਵਾਲੇ ਦਿਨ। ਗੁਰੂ ਅਮਰਦਾਸ ਸਾਹਿਬ ਜੀ ਨੇ ਕਲੀਅਰ ਕਰਤਾ, ਕਹਿੰਦੇ ਸਤਿਗੁਰ ਬਾਝੋਂ ਅੰਧ ਗੁਵਾਰ, ਸੱਚੇ ਗਿਆਨ ਤੋਂ ਬਿਨਾਂ ਅਗਿਆਨਤਾ ਦਾ ਅੰਧੇਰਾ ਹੈ। ਤੇ ਹਜਮ ਕਰ ਲਿਓ, ਕਹਿੰਦੇ ਥਿੱਤੀ ਵਾਰ ਸੇਵੈ ਮੁਗਧ ਗਵਾਰ। ਜਿਹੜਾ ਤਿੱਥਾਂ ਦੀ ਦਿਨਾਂ ਦੀ ਪੂਜਾ ਕਰਦਾ ਹੈ ਨਾ, ਵਹਿਮ ਭਰਮ ਕਰਦਾ ਹੈ ਤੇ ਉਹਨਾਂ ਦੀ ਪੂਜਾ ਕਰਦਾ ਹੈ, ਕਹਿੰਦੇ ਬੇਸਮਝ ਹੈ ਤੇ ਮੂਰਖ ਹੈ। ਫਿਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਇਹਨਾਂ ਦਿਨਾਂ ਤੇ ਇਕੱਠੇ ਕਿਉਂ ਹੁੰਦੇ ਹਾਂ। ਇਹ ਬੇਨਤੀ ਜ਼ਰੂਰ ਧਿਆਨ ਨਾਲ ਸੁਣਿਓ। ਇਸਲਾਮੀ ਰਾਜ ਸੀ ਗੁਰਮੁਖੋ ਹਿੰਦੁਸਤਾਨ 'ਚ, ਤੇ ਜਿੰਨੇ ਦਿਹਾੜੇ ਸੀ ਨਾ, ਚਾਹੇ ਸਿੱਖਾਂ ਦੇ ਤੇ ਚਾਹੇ ਹਿੰਦੂ ਵੀਰਾਂ ਦੇ, ਉਹਨਾਂ ਨੂੰ ਮਨਾਉਣ ਦੀ ਮਨਾਹੀ ਕਰਤੀ ਮੁਗਲੀਆ ਸਲਤਨਤ ਨੇ। ਤੇ ਸਿੱਖ ਤੁਹਾਨੂੰ ਪਤਾ ਹੀ ਹੈ, ਐਸੀ ਕੌਮ, ਐਸੀ ਬਖਸ਼ਿਸ਼ ਦੀ ਪਾਤਰ ਇਹ ਕੌਮ ਕਿ ਸ਼ਾਹੀ ਫਰਮਾਨ ਦੇ ਖਿਲਾਫ ਜੇ ਕੋਈ ਹਿੱਕ ਡਾਹ ਕੇ ਖੜਦਾ ਤਾਂ ਉਹਨੂੰ ਖਾਲਸਾ ਹੀ ਕਹਿੰਦੇ। ਸ਼ਾਹੀ ਫਰਮਾਨ ਦੇ ਉਲਟ ਅਸਲ ਵਿੱਚ ਅੜ ਕੇ ਖਲੋਣ ਦਾ ਚਿੰਨ੍ਹ ਹੈ ਕਿ ਜੇ ਤੁਸੀਂ ਰੋਕ ਨਹੀਂ ਸਕਦੇ। ਇੱਕ ਹੋਰ ਚੇਤੇ ਕਰਾਵਾਂ ਤੁਹਾਨੂੰ, ਵਕਤ ਵਕਤ ਤੇ ਹਕੂਮਤਾਂ ਬਦਲਦੀਆਂ ਰਹੀਆਂ, ਤੇ ਅੰਮ੍ਰਿਤਸਰ ਵਿੱਚ ਜਾਣ ਤੇ ਪਾਬੰਦੀ ਲਾਉਂਦੀਆਂ ਰਹੀਆਂ ਕਿ ਜਾਣਾ ਨਹੀਂ ਹੈ ਉੱਥੇ, ਗੁਰੂ ਰਾਮਦਾਸ ਸਾਹਿਬ ਦੇ ਦਰ ਤੇ। ਸਮੇਂ ਦੀਆਂ ਹਕੂਮਤਾਂ ਨੇ ਅਜੋਕੇ ਦੌਰ 'ਚ ਵੀ ਲਾਈ ਪਾਬੰਦੀ। ਤੇ ਤੁਹਾਨੂੰ ਪਤਾ ਹੈ, ਗੁਰੂ ਕੇ ਸਿੰਘ ਜਾਨਾਂ ਤੇ ਖੇਡ ਕੇ ਪੁੱਜਦੇ ਵੀ ਰਹੇ, ਆਪਦਾ ਧਰਮ ਹੀ ਬਣਾ ਲਿਆ ਕਿ ਜ਼ਰੂਰ ਜਾਵਾਂਗੇ। ਤੇ ਸਾਡੇ ਬਜ਼ੁਰਗਾਂ ਨੇ ਅਰਦਾਸ ਦਾ ਹਿੱਸਾ ਬਣਾਤਾ ਇਸ ਗੱਲ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਇਸ ਕਰਕੇ ਤੁਕ ਸਾਡੇ ਬੀਤੇ ਇਤਿਹਾਸ ਦੀ ਸਾਂਝ ਦੱਸਦੀ, ਸਾਮੀ ਹੋਈ ਗੱਲ ਹੈ। ਲਫ਼ਜ਼ ਤਾਂ ਅਰਬੀ ਫਾਰਸੀ ਦੇ ਹੈ, ਚਲੋ ਥੋੜਾ ਉਲੱਥਾ ਦੱਸਣ ਦਾ ਦਾਸ ਯਤਨ ਕਰੂਗਾ। ਭਾਈ ਨੰਦ ਲਾਲ ਜੀ ਨੇ ਇਹ ਨਿਰਣਾ ਕੀਤਾ ਵੀ ਫਿਰ ਕਿਉਂ ਮਨਾਉਂਦੇ। ਕਹਿੰਦੇ ਹਮ ਚੁਨਾ ਦਰ ਮਜਬ ਮੈਂ ਸਾਧ ਸੰਗ। ਭਾਈ ਸਾਹਿਬ ਕਹਿੰਦੇ ਸਤ ਸੰਗਤ ਕਰਨ ਵਾਸਤੇ ਮਨਾਉਂਦੇ। ਕੱਜ ਮੁਹੱਬਤ ਬਾ ਖੁਦਾ ਦਾ ਰੰਦ ਰੰਗ, ਕਿ ਪਰਮਾਤਮਾ ਦੇ ਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਈਏ। ਇਸ ਕਰਕੇ ਇਕੱਠੇ ਹੁੰਦੇ ਆ ਗੁਰੂ ਕੇ ਸਿੱਖ। ਤੇ ਵਕਤ ਦੀਆਂ ਹਕੂਮਤਾਂ ਦੇ ਖਿਲਾਫ ਇਹ 2 ਦਿਨ ਮਿਥਲੇ। ਕਹਿੰਦੇ ਗਿਰਦਮੀ ਆਇੰਦ ਦਰ ਮਾਹੇ 2 ਵਾਰ, ਮਹੀਨੇ 'ਚ 2 ਵਾਰੀ। ਸਿਆਣੇ ਕਹਿੰਦੇ ਆ ਵੀ ਸੰਗਰਾਂਦ ਤੇ ਮੱਸਿਆ ਦਾ ਹੀ ਜ਼ਿਕਰ। ਬਹਿਰ ਜ਼ਿਕਰ ਖਾਸਾਏ ਪਰਬਰਦਗਾਰ। ਤੇ ਕਰਨਾ ਕੀ ਹੈ, ਦਿਨ ਦੀ ਪੂਜਾ ਨਹੀਂ ਕਰਨੀ ਇਕੱਠੇ ਹੋ ਕੇ,
ਹੁਣ ਆਪਾਂ ਕੀ ਕਰ ਰਹੇ ਹਾਂ ਇੱਥੇ? ਗੁਰੂ ਚਰਨਾਂ ਵਿੱਚ ਬੈਠ ਕੇ ਉਸ ਪਰਮਾਤਮਾ ਦਾ, ਉਸ ਖੁਦਾ ਦਾ ਜ਼ਿਕਰ, ਉਹਦਾ ਸਿਮਰਨ। ਤੇ ਹੁਣ ਆਪਾਂ ਕੱਤਕ ਦੀ ਗੱਲ ਤੇ ਆਈਏ। ਸਾਰ ਤਾਂ ਇਹ ਹੈ ਗੁਰਮੁਖੋ, ਜਿਹੜੇ ਤੁਸੀਂ ਆਪਣੇ ਪਿਆਰੇ ਪੰਜਾਬ ਨਾਲ ਸਾਂਝ ਰੱਖਦੇ ਹੋ, ਤੁਹਾਨੂੰ ਪਤਾ ਹੈ ਕਿ ਇਸ ਮਹੀਨੇ ਝੋਨਾ ਆਉਂਦਾ ਹੈ, ਕਮਾਈ ਆਉਂਦੀ ਹੈ ਘਰ, ਤੇ ਨਾਲ ਦੀ ਨਾਲ ਕਣਕ ਦੀ ਬਿਜਾਈ ਵੀ ਹੁੰਦੀ ਹੈ। ਜਿਹੜਾ ਬੀਜਿਆ ਹੋਇਆ ਹੁੰਦਾ ਹੈ ਉਹ ਘਰ ਆਉਂਦਾ ਹੈ ਤੇ ਨਵੇਂ ਸਿਰੇ ਤੋਂ ਬੀਜਣਾ ਹੁੰਦਾ। ਹੁਣ ਜਿਹਨੇ ਪਹਿਲਾਂ ਬੀਜਿਆ ਨਹੀਂ, ਖੇਤ ਦੀ ਰਾਖੀ ਕੀਤੀ ਨਹੀਂ, ਖਾਦ ਪਾਣੀ ਦਿੱਤਾ ਨਹੀਂ, ਸਿਆਣੇ ਬੈਠਿਓ, ਫਿਰ ਉਹਦੀ ਉਪਜ ਚੰਗੀ ਨਹੀਂ ਹੋਣੀ। ਤੇ ਐਵੇਂ ਦੂਜਿਆਂ ਨੂੰ ਦੋਸ਼ ਦੇਈ ਜਾਵੇ, ਮੈਨੂੰ ਗਵਾਂਢੀਆਂ ਨੇ ਖਰਾਬ ਕਰਤਾ, ਇਹ ਕੋਈ ਚੰਗੀ ਗੱਲ ਨਹੀਂ। ਇਹ ਤਾਂ ਹੋ ਗਿਆ ਸੰਸਾਰਕ ਪ੍ਰਮਾਣ। ਹੁਣ ਆਪਣੀ ਗੱਲ, ਇਹ ਬਹੁਮੁੱਲਾ ਜਨਮ ਹੈ, ਮਨੁੱਖਾ ਜਨਮ। ਇਹਦੇ 'ਚ ਤੈਨੂੰ ਆਪਣੀ ਕਰਨੀ ਹੈ ਨਾ ਜਿਹੜੀ, ਉਹ ਉੱਚੀ ਰੱਖਣੀ ਪਊਗੀ। ਜੇ ਤੂੰ ਕਰਨੀ ਕੀਰਤ ਨਾ ਬਣਾਈ, ਦੂਜਿਆਂ ਦੇ ਔਗਣੀ ਕੱਢਦਾ ਰਿਹਾ, ਤੇ ਪਾਤਸ਼ਾਹ ਕਹਿੰਦੇ ਫੇਰ ਤੇਰਾ ਵਿਛੋੜਾ ਪੈ ਜਾਣਾ। ਤੇ ਜਦੋਂ ਕੋਈ ਬੰਦਾ ਵਿਛੜ ਜਾਂਦਾ ਨਾ ਗੁਰਮੁਖੋ, ਸੰਸਾਰਕ ਰਿਸ਼ਤਿਆਂ ਵਿੱਚੋਂ ਵੀ ਰਸ ਖਤਮ ਹੋ ਜਾਂਦਾ, ਤੇ ਰੱਬੀ ਰਿਸ਼ਤੇ ਵਿੱਚੋਂ ਤਾਂ ਰਸ ਖਤਮ ਹੋਣਾ ਹੀ ਹੈ। ਦੁੱਖ ਤੇ ਪੀੜਾ ਕਿਹਨੂੰ ਦੱਸੇਗਾ? ਕੋਈ ਤੇਰਾ ਮਦਦਗਾਰ ਨਹੀਂ ਬਣਨਾ, ਤੇ ਤੇਰੇ ਕੀਤੇ ਹੋਏ ਦਿਖਾਵੇ ਦੇ ਕਰਮਾਂ ਨਾਲ ਇਹ ਵਿਛੋੜਾ ਮੁੱਕਣਾ ਵੀ ਨਹੀਂ ਹੈ, ਉਹਦੀ ਰਹਿਮਤ ਨਾਲ ਮੁੱਕੂਗਾ। ਇਸ ਕਰਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾ, ਜੁੜਿਆਂ ਦੀ ਸੰਗਤ ਕਰਿਆ ਕਰ, ਦੋਸ਼ ਨਾ ਫਰੋਲਿਆ ਕਰ, ਪ੍ਰਮਾਤਮਾ ਦੇ ਗੁਣ ਗਾਇਆ ਕਰ। ਪੰਕਤੀਆਂ ਦੇ ਅਖਰੀ ਅਰਥ ਤੁਹਾਡੇ ਚਰਨਾਂ 'ਚ ਅਰਜ ਕਰਾਂ। ਕਹਿੰਦੇ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਕਤੇ ਦਾ ਮਹੀਨਾ ਆ ਗਿਆ, ਬੜੀ ਸੁਹਾਵਣੀ ਸੁਆਦੀ ਰੁੱਤ ਹੈ, ਤੇ ਇਹਦੇ ਵਿੱਚ ਜੇ ਤੂੰ ਪ੍ਰਭੂ ਪਤੀ ਨਾਲੋਂ ਤੇਰਾ ਵਿਛੋੜਾ ਪੈ ਗਿਆ, ਤੇ ਸਮਝ ਲਈ ਇਹ ਤੇਰੇ ਕੀਤੇ ਹੋਏ ਕਰਮਾਂ ਦਾ ਸਿੱਟਾ ਹੈ, ਉਹਦਾ ਹੀ ਨਤੀਜਾ ਹੈ। ਕਿਸੇ ਹੋਰ ਨੂੰ ਦੋਸ਼ ਦੇਣ ਦਾ ਕੋਈ ਲਾਭ ਨਹੀਂ ਹੈ, ਹੋਰ ਤੇ ਦੋਸ਼ ਨਾ ਲਾਇਆ ਕਰ। ਫਿਰ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੱਡੀ ਗੱਲ ਹੈ। ਕਹਿੰਦੇ ਜੇ ਤੂੰ ਉਸ ਪਰਮ ਸ਼ਕਤੀ ਨੂੰ ਭੁੱਲ ਗਿਆ ਨਾ, ਸਾਰੇ ਹੀ ਰੋਗ ਤੈਨੂੰ ਦੱਬ ਲੈਣਗੇ ਆ। ਹੁਣ ਖਿਆਲ ਕਰਿਓ ਗੁਰਮੁਖੋ, ਜੇ ਬੰਦਾ ਭੁੱਲ ਜੇ ਨਾ ਤਾਂ ਉਹਨੂੰ ਯਾਦ ਕਰਾਇਆ ਜਾ ਸਕਦਾ, ਪਰ ਅਗਲੀ ਪੰਕਤੀ 'ਚ ਪਾਤਸ਼ਾਹ ਕਹਿੰਦੇ ਜੇ ਮੂੰਹ ਫੇਰ ਲੇ ਨਾ, ਫੇਰ ਬਾਹਲੀ ਵੱਡੀ ਗੜਬੜ ਹੈ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ। ਇਹ ਤਾਂ ਭੁੱਲ ਗਿਆ ਤੇ ਯਾਦ ਕਰ ਲਿਆ ਤਾਂ ਗੱਲ ਬਣ ਜੂਗੀ, ਜੇ ਮੂੰਹ ਫੇਰ ਲਿਆ ਨਾ, ਫੇਰ ਕਹਿੰਦੇ ਜਨਮਾਂ ਦੇ ਵਿਛੋੜੇ ਪੈ ਜਾਣ, ਫੇਰ ਨਹੀਂ ਸਾਂਝ ਬਣਨੀ। ਤੇ ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਆ ਜਿਹੜੇ ਮਾਇਆ ਦੇ ਭੋਗਾਂ ਪਿੱਛੇ ਤੂੰ ਰੱਬ ਨੂੰ ਭੁੱਲਿਆ ਫਿਰਦਾ ਹੈ ਨਾ, ਇਹ ਤੇਰੇ ਜਿਉਂਦੇ ਜੀ ਕੌੜੇ ਹੋ ਜਾਣਗੇ। ਡਾਕਟਰ ਕਹਿ ਦਊਗਾ ਬਈ ਹੁਣ ਜੇ ਤੂੰ ਮਿੱਠਾ ਖਾ ਗਿਆ ਤੇ ਫਿਰ ਕੰਮ ਠੀਕ ਨਹੀਂ ਹੈ, ਤੇ ਜੇ ਕਿਤੇ ਖੋਆ ਤੇ ਘੀ ਖਾ ਗਿਆ, ਸਰਜਰੀ ਹੋਈ ਤੋਂ ਬਾਈਪਾਸ ਹੋਏ ਤੋਂ ਫਿਰ ਕਹਿਣਾ ਪਊਗਾ ਵੀ ਭਾਈ ਤਿਆਰੀ ਰੱਖੋਗਾ ਨਹੀਂ। ਇਹ ਜਿਉਂਦੇ ਜੀ ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਮਾਇਆ ਦੇ ਭੋਗ ਕੌੜੇ ਹੋ ਜਾਣ। ਤੇ ਪਾਤਸ਼ਾਹ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਜਿੰਨਾ ਮਰਜੀ ਵਿਲਕੀ ਜਾਈ ਕਿਸੇ ਦੇ ਕੋਲੇ ਜਾ ਜਾ,
ਵਿੱਚ ਕੋਈ ਹੋਰ ਕੁਝ ਨਹੀਂ ਕਰ ਸਕਦਾ, ਕੋਈ ਦੂਜਾ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਕਰਮਾਂ ਦਾ ਹੰਕਾਰ ਨਹੀਂ ਕਰਨਾ, ਕਿਤੇ ਸੋਚੇ ਮੇਰੇ ਕਰਮਾਂ ਨਾਲ ਗੱਲ ਬਣ ਜੂ। ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ। ਕੰਮ ਕਰਕੇ ਕਰਮ ਕਰਕੇ ਵੀ ਚੰਗੇ ਹੰਕਾਰ ਨਹੀਂ ਕਰਨਾ, ਉਹਦੀ ਕਿਰਪਾ ਜ਼ਰੂਰੀ। ਫਿਰ ਤਾਂ ਤੇਰੇ ਕਰਮ ਵੱਡੇ ਹੋ ਗਏ ਜੇ ਤੇਰੇ ਕਰਮਾਂ ਨਾਲ ਮਿਲ ਗਿਆ ਤਾਂ। ਫਿਰ ਪਾਤਸ਼ਾਹ ਜੀ ਕਹਿੰਦੇ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਯੋਗ। ਵੱਡੇ ਭਾਗਾਂ ਨਾਲ ਜੇ ਵਾਹਿਗੁਰੂ ਜੀ ਦਾ ਮਿਲਾਪ ਹੋ ਜੇ ਤਾਂ ਤੇਰਾ ਵਿਛੋੜਾ ਮੁੱਕ ਸਕਦਾ ਹੈ, ਤੇਰੇ ਦੁੱਖ ਮਿਟ ਸਕਦੇ ਐ। ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਫਿਰ ਤਰਲਾ ਲੈਣਾ, ਅਰਦਾਸ ਕਰਨੀ ਸਿਖਾਈ ਹੈ ਪਾਤਸ਼ਾਹ ਜੀ। ਨਾਨਕ ਨਾਮ ਦੀ ਮੋਹਰ ਲਾ ਕੇ ਕਹਿੰਦੇ ਮੇਰੇ ਮਾਲਕ ਤੂੰ ਬੰਧਨਾਂ ਨੂੰ ਕੱਟਣ ਵਾਲਾ, ਮੈਨੂੰ ਆਪਣਾ ਬਣਾ ਲੈ, ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲੈ। ਤੇ ਤਰੀਕਾ ਵੀ ਦੱਸਤਾ ਫਿਰ ਕੀ ਹੈ ਅਖੀਰ ਵਾਲੀ ਪੰਕਤੀ 'ਚ, ਕਹਿੰਦੇ ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਕਤਕ ਦੀ ਇਸ ਸੁਆਦਲੀ ਰੁੱਤ ਵਿੱਚ ਜੇ ਤੂੰ ਸਤ ਸੰਗਤ ਕਰੇਗਾ, ਰੱਬ ਦੇ ਪਿਆਰਿਆਂ ਨਾਲ ਰਲ ਕੇ ਬੈਠੇਗਾ, ਉਹਨਾਂ ਨੇ ਤੇਰੇ ਵਿਛੋੜੇ ਵਾਲੇ ਸਾਰੇ ਚਿੰਤਾ ਫਿਕਰ ਤੇਰੇ ਝੋਰੇ ਮਿਟਾ ਦੇਣੇ। ਤੇ ਸੰਗਤ ਦਾ ਇਹ ਪ੍ਰਤਾਪ ਹੈ ਗੁਰਮੁਖੋ ਕਿ ਸੰਗਤ ਵਿੱਚ ਆਇਆ ਪਹਿਲਾਂ ਤਾਂ ਬੰਦੇ ਦਾ ਹੰਕਾਰ ਮਿਟਦਾ ਹੈ। ਹੰਕਾਰ ਮਿਟਣ ਨਾਲ ਵਿਜੋਗ ਮਿਟ ਜਾਂਦਾ, ਤੇ ਜਦੋਂ ਵਿਜੋਗ ਮਿਟ ਗਿਆ ਤੇ ਫਿਰ ਸੰਜੋਗ ਹੋ ਜਾਊਗਾ। ਤੇ ਜੇ ਸੰਜੋਗ ਹੋ ਗਿਆ ਪਾਤਸ਼ਾਹ ਜੀ ਕਹਿੰਦੇ ਫਿਰ ਆਪ ਮੁਹਾਰੇ ਤੇਰਾ ਰੱਬੀ ਗੁਣ ਗਾਉਣ ਨੂੰ ਜੀ ਕਰੂਗਾ। ਤੇ ਜਦੋਂ ਰੱਬ ਦੇ ਗੁਣ ਗਾਵੇਂਗਾ, ਜਿਹੜੀ ਚੀਜ਼ ਬੰਦਾ ਗਾਉਣ ਲੱਗ ਜੇ ਨਾ ਉਹ ਪੱਕੀ ਹੋ ਜਾਂਦੀ, ਫਿਰ ਤੇਰੀ ਯਾਦ ਪੱਕੀ ਹੋ ਜੂ। ਤੇ ਜਦੋਂ ਤੇਰੀਆਂ ਯਾਦਾਂ 'ਚ ਦ੍ਰਿੜ ਹੋ ਗਿਆ ਪ੍ਰਮਾਤਮਾ ਦਾ ਨਾਮ, ਫਿਰ ਤੇਰਾ ਵਿਛੋੜਾ ਮਿਟ ਜੂ। ਸਭ ਤੋਂ ਜਿਹੜਾ ਵੱਡਾ ਦੁੱਖ ਦੱਸਿਆ ਨਾ ਬਾਣੀ ਨੇ ਗੁਰਮੁਖੋ, ਪਹਿਲਾ ਤੇ ਵੱਡਾ ਦੁੱਖ ਉਹ ਵਿਛੋੜੇ ਦਾ ਹੀ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਦੂਜੇ ਨੰਬਰ ਤੇ ਭੁੱਖ ਹੈ। ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਕਿਹਾ ਆਪਾਂ ਨੂੰ ਦੁੱਖ ਸਾਰਿਆਂ ਨੂੰ ਹੈ, ਬਸ ਕੋਈ ਭਾਗਾਂ ਵਾਲਾ ਤੁਹਾਡੇ 'ਚ ਬੈਠਾ ਹੋਵੇ ਤਾਂ ਗੱਲ ਵੱਖਰੀ ਹੈ। ਤਰੀਕਾ ਦੱਸ ਗਏ ਪਾਤਸ਼ਾਹ ਵੀ ਕਾਹਦਾ ਕਰਕੇ ਹੈ ਦੁੱਖ। ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਉਦੋਂ ਹੀ ਪਕੜਦੇ ਆ ਬੰਦੇ ਨੂੰ ਜਦੋਂ ਰੱਬ ਭੁੱਲ ਜਾਂਦਾ। ਇਸ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਅਸੀਂ ਇਸ ਵਿਛੋੜੇ ਤੋਂ ਬਚਣਾ। ਭੁੱਲਾਂ ਮੇਰੀਆਂ, ਉਪਦੇਸ਼ ਸਤਿਗੁਰਾਂ ਦਾ।